अस्सलाम वालेकुम रहमतुल्लाहि वबरकातुहू नाज़रीन तुसी वेख रहे हो हसदा वसदा पाकिस्तान टीवी इंटरनेशनल ते अज उस मौजू ते गलबात करनी है जेह्ड़े आल पार्टी कानफ्रेंस जिहदे 11 पार्टियां मुख्तलिफ मुल्क दियां मिल के एक जगह सिर जोड़ के बैठियां ने ते इन्हां सारियां दी इन्हां दी सूरत हाल देख के ते बाबा बुल्ले शाह दी ओह गल याद आंदी है कि बाबा बुल्ले शाह फरमांदे सी कि जदों सारे पिंड दे ਜਾਂ ਸਾਰੇ ਜੱਗ ਦੇ ਚੋਰ ਇਕੱਠੇ ਰਲ ਕੇ ਬਹਿ ਜਾਣ ਨਾ ਤੇ ਉਦੋਂ ਤਾਂ ਸਮਝੋ ਕਿ ਹੁਕਮਰਾਨ ਕੋਈ ਸੱਚਾ ਤੇ ਮੁਖਲਸ ਆ ਗਿਆ। ਤੇ ਅੱਜ ਕੱਲ੍ਹ ਜੋ ਸੂਰਤ ਹਾਲ ਵੇਖੀਏ ਤੇ ਦੇਖੋ ਸਾਰੇ ਚੋਰ ਚੱਕੇ ਤੇ ਅਚਕਜ਼ਾਈ ਸਾਰੇ ਬਹਿ ਗਏ ਰਲ ਕੇ ਇਕੱਠੇ ਹੋ ਕੇ ਬਹਿ ਗਏ ਨੇ ਸਾਰੇ ਦੇ ਸਾਰੇ ਕਸਾਈ ਜਿਨ੍ਹਾਂ ਨੇ ਇਸ ਮੁਲਕ ਨੂੰ ਲੁੱਟਿਆ ਵੱਢ ਵੱਢ ਕੇ ਖਾਧਾ ਮੁਲਕ ਨੂੰ। ਬਲਕਿ ਇਹਨਾਂ ਦੇ ਅਸਾਸਾ ਯਾਦ ਦੇਖਿਆ ਜਾਏ ਤੇ ਇਹਨਾਂ ਨੇ ਕਦੀ ਆਪਣੇ ਅਸਾਸੇ ਸ਼ੋਅ ਨਹੀਂ ਕੀਤੇ ਬਲਕਿ ਝੂਠ ਤੇ ਫਰੇਬ ਦੀ ਇਹਨਾਂ ਦੀ ਸਿਆਸਤ ਸੀ। ਤੇ ਇਹ ਮੀਆਂ ਸਾਹਿਬ ਹੁਣ ਵੀ ਜਦੋਂ ਆਏ ਨੇ ਜ਼ਰਾ ਮੈਦਾਨ ਦੇ ਵਿੱਚ ਆਏ ਨੇ ਉਹਨਾਂ ਨੇ ਲਾਈਫ ਆਪਣਾ ਜਦੋਂ 1-1.5 ਘੰਟੇ ਦੇ ਜਦੋਂ ਆਪਣਾ ਖਿਤਾਬ ਫਰਮਾਇਆ ਵੇ ਉਹਦੇ ਸਾਫ਼ ਜ਼ਾਹਿਰ ਆ ਗਿਆ ਹੋ ਗਿਆ ਕਿ ਜੈਸਾ ਮੀਆਂ ਸਾਹਿਬ ਦੇ ਜਿਹੜੇ ਉਹ ਕਤਰੀ ਖੱਤ ਝੂਠੇ ਸੀ ਜਦੋਂ ਉਹਨਾਂ ਨੇ ਕਿਹਾ ਮੈਂ ਬਸ ਆਵਾਮ ਨੂੰ ਧੋਖਾ ਦੇਣ ਲਈ ਕਿਹਾ ਸੀ ਕਿ ਇਹ ਹੈ ਉਹ ਜ਼ਰਾਏ ਉਸੇ ਤਰ੍ਹਾਂ ਸੂਰਤ ਹਾਲ ਇਹਨਾਂ ਦੀ ਬਿਮਾਰੀ ਵੀ ਸਾਹਮਣੇ ਆ ਗਈ। ਦੇਖੋ ਜਿਹੜੇ ਲੋਕੀ ਸਾਦਕ ਤੇ ਅਮੀਨ ਨਹੀਂ ਹੈਗੇ ਉਹਨਾਂ ਨੇ ਹੁਕਮਰਾਨੀ ਖੇ ਕਰਨੀ ਮੁਲਕ ਦੇ ਖੇ ਹਮਦਰਦ ਹੋਣਾ। ਤੁਸੀਂ ਇਹ ਦੇਖਿਆ ਕਿ ਇਹ ਮੀਆਂ ਸਾਹਿਬ ਜਿਹੜੇ ਨੇ ਇਹਨਾਂ ਦੇ ਤਕਰੀਬਨ 1-1.5 ਘੰਟੇ ਦਾ ਜਿਹੜਾ ਖਿਤਾਬ ਫਰਮਾਇਆ ਵੇ ਬੜੇ ਪੁਰਸਕੂਨ ਸੀ ਬਲਕਿ ਉਹ ਹਮੇਸ਼ਾ ਦੀ ਤਰ੍ਹਾਂ ਉਹਨਾਂ ਆਪਣੀ ਰਵਾਇਤ ਨੂੰ ਬਰਕਰਾਰ ਰੱਖਿਆ। ਪਰਚੀਆਂ ਪੜ੍ਹਨ ਦੇ ਪਤਾ ਨਹੀਂ 35-40-50 ਸਫ਼ੇ ਇਹਨਾਂ ਪੜ੍ਹ ਛੜੇ ਪੜ੍ਹ ਕੇ ਘੰਟੇ ਡੇਢ ਦੇ ਵਿੱਚ ਕਿ ਅਗਰ ਬੰਦਾ ਜਿਹੜਾ ਦੇਖੋ ਹਾਰਟ ਦਾ ਪੇਸ਼ੈਂਟ ਹੋਏ ਜਿਹੜਾ ਤਕਲੀਫ ਦੇ ਵਿੱਚੋਂ ਗੁਜ਼ਰਿਆ ਹੋਏ ਉਹ ਤੇ ਘੰਟੇ ਡੇਢ ਦੀ ਤਕਲੀਫ ਕਰ ਹੀ ਨਹੀਂ ਸਕਦਾ। ਕਦੀ ਕਹਿੰਦੇ ਜੀ ਇਹਨਾਂ ਦੀ ਇੱਕ ਵੇਨ ਬੰਦ ਹੈ ਕਦੀ ਦੂਸਰੀ ਬੰਦ ਹੈ ਕਦੀ ਤੀਸਰੀ ਬੰਦ ਹੈ ਜਿਹਦੀਆਂ ਇੰਨੀਆਂ ਵੇਨਾਂ ਬੰਦ ਹੋਣ ਉਹ ਤੇ ਇੰਨਾ ਲੰਬਾ ਖਿਤਾਬ ਕਰ ਹੀ ਨਹੀਂ ਸਕਦਾ ਹੈਗਾ। ਨੰਬਰ 2 ਗੱਲ ਇਹ ਵੀ ਕਿ ਇਹ ਅੱਜ ਅਸੀਂ ਇੱਕ ਅਨੋਖਾ ਜਿਹਾ ਕੱਲ ਦਾ ਜਿਹੜਾ ਸਿਸਟਮ ਦੇਖਿਆ ਕਿ ਮੀਆਂ ਸਾਹਿਬ ਦੀ ਤਕਰੀਰ ਅਸੀਂ ਜਾਣਦੇ ਹਾਂ ਤੇ ਤੁਸੀਂ ਵੀ ਜਾਣਦੇ ਹੋ ਜੈਸਾ ਕਿ ਵਜ਼ੀਰ ਆਜ਼ਮ ਜਿਹੜਾ ਯੂਕੇ ਦਾ ਸੀ ਉਹਦੇ ਉੱਤੇ ਇਲਜ਼ਾਮ ਲੱਗਾ ਸੀ ਸਾਬਤ ਵੀ ਨਹੀਂ ਸੀ ਹੋਇਆ ਕਿ ਉਹਨੇ ਕੋਈ ਖੁਰਦ-ਬੁਰਦ ਕੀਤਾ ਹੈਗਾ ਉਹਨੇ ਕੋਈ ਹੇਰਾ ਫੇਰੀ ਕੀਤੀ ਹੈ ਉਹਨੇ ਕੋਈ ਅਸਾਸੇ ਬਣਾਏ ਨੇ ਜਾਂ ਨਹੀਂ ਬਣਾਏ ਉਹਦੇ ਉੱਤੇ ਕੋਈ ਇਲਜ਼ਾਮ ਲੱਗਿਆ ਸੀ ਉਹ ਰਿਜ਼ਾਈਨ ਦੇ ਕੇ ਘਰ ਚਲ ਗਿਆ ਸੀ। ਤੇ ਮੀਆਂ ਸਾਹਿਬ ਜਿਹੜੇ ਨੇ ਇਹਨਾਂ ਦੇ ਉੱਤੇ ਜਦੋਂ ਸਾਰਾ ਕੁਝ ਜਿਹੜਾ ਸਾਬਤ ਹੋ ਚੁੱਕਿਆ ਅਦਾਲਤਾਂ ਨੇ ਸਾਬਤ ਕੀਤਾ ਬਲਕਿ ਜੇਲ੍ਹ ਇਹਨਾਂ ਨੂੰ ਹੋ ਗਈ ਸੀ। ਜਦੋਂ ਜੇਲ੍ਹ ਦੇ ਵਿੱਚ ਸੀ ਉਦੋਂ ਇਹਨਾਂ ਨੇ ਦਿਲ ਤੇ ਹੱਥ ਰੱਖ ਕੇ ਕਿ ਮੈਂ ਮਰ ਗਿਆ ਜੇ ਮੈਂ ਮਰ ਗਿਆ ਜੇ ਮੈਂ ਗਿਆ। ਉਹਦੇ ਬਾਅਦ ਪਾਰਟੀ ਵਾਲਿਆਂ ਨੇ ਲਹਿਦਾ ਰੌਲਾ ਪਾਇਆ ਜਿੰਨੇ ਮੀਡੀਆ ਸੈੱਲ ਸੀ ਉਹਨਾਂ ਨੇ ਲਹਿਦਾ ਰੌਲਾ ਪਾਇਆ ਜਿਨ੍ਹਾਂ ਦੇ ਪਲੇਟਲੈਟਸ ਇਹਨਾਂ ਦੇ ਘੱਟ ਹੋ ਗਏ ਨੇ ਇੰਨੇ ਘੱਟ ਹੋ ਗਏ ਨੇ ਕਿ ਇਹਨਾਂ ਦੀ ਡੈਥ ਹੋ ਸਕਦੀ ਹੈਗੀ ਹੈ। ਉਹਦੇ ਬਾਅਦ ਇੱਕ ਉਹ ਖਾਸ ਪ੍ਰਾਪੋਗੰਡੇ ਦੇ ਨਾਲ ਇਹਨਾਂ ਨੂੰ ਉੱਥੋਂ ਕੱਢਿਆ ਗਿਆ ਹਸਪਤਾਲ ਲਈ। ਹਸਪਤਾਲ ਤੋਂ ਵੀ ਬਾਅਦ 'ਚ ਕਹਿੰਦੇ ਅਸੀਂ ਜੀ ਇਹਨਾਂ ਨੇ ਬਾਹਰ ਇਲਾਜ ਕਰਾਉਣਾ ਹੁਣ ਬਾਹਰ ਜਾਣਗੇ। ਉਹ ਬਾਹਰ ਜਾਣ ਲਈ ਜਦੋਂ ਗਏ ਨੇ ਤੇ ਜਦੋਂ ਉਹ ਏਅਰਪੋਰਟ 'ਤੇ ਪਹੁੰਚਦੇ ਨੇ ਉਹਨਾਂ ਦੀ ਵੀਡੀਓ ਵਗੈਰਾ ਜਦੋਂ ਸ਼ੋਅ ਹੁੰਦੀ ਹੈ ਜ਼ਾਹਿਰ ਹੁੰਦੀ ਹੈ ਪਤਾ ਚੱਲਦਾ ਹੈ ਕਿ ਉਹ ਬਿਲਕੁਲ ਮਾਸ਼ਾਅੱਲਾ ਤੰਦਰੁਸਤ ਹੱਟੇ ਕੱਟੇ ਵੇਖਣ ਨਜ਼ਰ ਆ ਰਹੇ ਨੇ ਚੱਲਦੇ ਫਿਰਦੇ ਪਏ ਨੇ ਸਿਹਤਮੰਦ ਲੱਗ ਰਹੇ ਨੇ। ਜੋ ਵੀ ਸੂਰਤ ਹਾਲ ਸੀ ਆਵਾਮ ਦੀ ਅੱਖਾਂ 'ਚ ਮਿੱਟੀ ਪਾਈ ਹੁਕਮਰਾਨ ਜਿਹੜਾ ਸਾਡਾ ਮੌਜੂਦਾ ਜਿਹੜਾ ਖਾਨ ਹੈ ਉਹਦੇ ਅੱਖਾਂ 'ਚ ਮਿੱਟੀ ਪਾਈ ਉਹ ਮਿੱਟੀ ਪਾ ਕੇ ਤੇ ਚਲੇ ਗਏ ਨੇ। ਔਰ ਹੁਣ ਉੱਥੇ ਜਾ ਕੇ ਦੇਖੋ ਬਾਹਰ ਇਲਾਜ ਕਰਾਉਣ ਗਏ ਨੇ ਉੱਥੇ ਜਾ ਕੇ ਉਹਨਾਂ ਸਿਆਸਤਾਂ ਕਰਨੀਆਂ ਸ਼ੁਰੂ ਕਰਤੀਆਂ ਨੇ ਉੱਥੇ ਜਲਸੇ ਦੇ ਇਲਾਜ ਸ਼ੁਰੂ ਕਰਦੇ ਕਰਾਣੇ। ਦੇਖੋ ਜੇ ਤੇ ਇਹਨਾਂ ਨੂੰ ਸਜ਼ਾ ਹੋਈ ਹੈ ਤੇ ਇਹਨਾਂ ਨੂੰ ਤੇ ਸਜ਼ਾ ਭੁਗਤਣੀ ਚਾਹੀਦੀ ਆਪਣੀ ਇਹਨਾਂ ਤੇ ਵਾਪਸ ਆਉਣਾ ਚਾਹੀਦਾ ਉਹ ਖੁੱਲੇ ਦਿਲ ਨਾਲ ਜੇ ਅਗਰ ਇਹਨਾਂ ਨੂੰ ਵਾਕਈ ਸਜ਼ਾ ਹੋਈ ਹੈ ਵਾਕਈ ਹੁਕਮਰਾਨ ਨੇ ਤੇ ਇਹਨਾਂ ਨੂੰ ਸਜ਼ਾ ਤਸਲੀਮ ਕਰਨੀ ਚਾਹੀਦੀ। ਉਹ ਸਜ਼ਾ ਨੂੰ ਹੀ ਇਹਨਾਂ ਨੇ ਉਹ ਦਗਾ ਕੀਤਾ ਝੂਠ ਤੇ ਫਰੇਬ ਦੇ ਨਾਲ ਆਪਣੇ ਝੂਠੀਆਂ ਰਿਪੋਰਟਾਂ ਤੇ ਸਾਰਿਆਂ ਨਾਲੋਂ ਵੱਡੀ ਬਦਕਿਸਮਤੀ ਸਾਡੇ ਮੁਲਕ ਦੀ ਹੈ ਵੇ ਕਿ ਉਹ ਜਿਸ ਡਾਕਟਰ ਨੇ ਝੂਠੀਆਂ ਰਿਪੋਰਟਾਂ ਬਣਾਈਆਂ ਨਾ ਤੇ ਸਾਰੀ ਜ਼ਿੰਦਗੀ ਕਿਸੇ ਉਹਨੂੰ ਪੁੱਛਣਾ ਵੇ ਤੇ ਨਾ ਉਹ ਜਿਹੜੇ ਹਸਪਤਾਲਾਂ ਨੇ ਬਣਾਈਆਂ ਨੇ ਪਾਕਿਸਤਾਨ ਦੇ ਨਾ ਕਿਸੇ ਉਹਨੂੰ ਪੁੱਛਣਾ ਵੇ ਬਲਕਿ ਇਹ ਕਹਿਣਾ ਜੀ ਬਸ ਉਹ ਧੋਖਾ ਹੋ ਗਿਆ ਤੇ ਚਲੇ ਗਏ ਮੀਆਂ ਸਾਹਿਬ ਤੇ ਮੀਆਂ ਸਾਹਿਬ ਆ ਗਏ ਤੇ ਮੀਆਂ ਸਾਹਿਬ ਛਾ ਗਏ ਤੇ ਮੀਆਂ ਸਾਹਿਬ ਨੂੰ ਇਹ ਹੋ ਗਿਆ ਮੀਆਂ ਸਾਹਿਬ ਨੂੰ ਉਹ ਹੋ ਗਿਆ। ਚਾਹੀਦਾ ਹੈ ਕਿ ਅਗਰ ਨਿਜ਼ਾਮ ਸਹੀ करना है जैसा खान साहब कहते हैं कि मैं इनको छोड़ूंगा नहीं इनको उल्टा टांग दूंगा तो ये करूंगा वो करूंगा इनसे लूटा हुआ माल लेकर आऊंगा वापस तो खान साहब भी ਜਿਹੜੇ ਨੇ ਉਹ ਬਹੁਤ ਜ਼ਿਆਦਾ ਸ਼ੋਰ ਪਾਉਂਦੇ ਨੇ ਜੈਸੇ ਇੱਕ ਬਾਗ ਵਿੱਚ ਮਾਲੀ ਹੁੰਦੇ ਨਾ ਉਹ ਜਦੋਂ ਬਾਗ ਵਿੱਚ ਟੁਰੇ ਫਿਰਦੇ ਹੁੰਦੇ ਨਾਲ ਹਾਊ ਕਰਦੇ ਨੇ ਉਹਦੇ ਤੋਤੇ ਤੂਤੇ ਹੁੰਦੇ ਨੇ ਉੜ ਜਾਂਦੇ ਨੇ ਤੇ ਇਹੀ ਹਿਸਾਬ ਖਾਨ ਸਾਹਿਬ ਦਾ ਖਾਨ ਸਾਹਿਬ ਵੀ ਸ਼ੋਰ ਪਾਉਂਦੇ ਨੇ ਚੋਰ ਜੱਗੇ ਨੱਸ ਭਾਰੀ ਕੇ ਆਪਣੀ ਜਗ੍ਹਾ ਮਾਰ ਲੈਂਦੇ ਨੇ
ਦੇਖੇ ਤੁਸੀਂ ਇਹ ਸਾਡੇ ਜਿਹੜੇ ਪਹਿਲੇ ਵਜ਼ੀਰੇ ਸੀ, ਉਹ ਕੀ ਨਾਮ ਸਾਕਡਾਰ ਸਾਹਿਬ ਜਿਹੜੇ ਨੇ, ਉਹ ਕਿੱਥੇ ਨੇ? ਸਾਕਡਾਰ ਸਾਹਿਬ ਜਿਹੜੇ ਨੇ, ਉਹ ਸਾਕਡਾਰ ਸਾਹਿਬ ਜਿਹੜੇ ਨੇ, ਉਹਨਾਂ ਦੇ ਜਦੋਂ ਉਹਨਾਂ ਨੇ ਕੇਸ ਕੂਸ ਬਣੇ ਨੇ, ਕੋਈ ਉਹਦੀ ਫੋਲਾ ਫਾਲੀ ਕਰਨੀ ਸ਼ੁਰੂ ਕਰਨ ਲੱਗੇ ਨੇ, ਉਹਨਾਂ ਕਿੰਨਾ ਕੁ ਮੁਲਕ ਲੁੱਟਿਆ, ਕੀ ਹਿਸਾਬ ਦਾ ਵੇ। ਉਹ ਡਾਰ ਸਾਹਿਬ ਨੂੰ ਹਕਾਨ ਅਬਾਸੀ ਦਾ ਆਪਣੇ ਤਿਆਰਾ ਦਿੰਦੇ ਨੇ ਪ੍ਰਾਈਵੇਟ, ਉੱਡ ਕੇ ਆ ਕੇ ਇੱਥੇ ਬਾਹਰ ਬੈਠਦੇ, ਉਹ ਆ ਕੇ ਬਾਹਰ ਬੈਠੇ ਨੇ। ਕੀ ਕਾਨੂੰਨ ਇੰਨਾ ਹੀ ਕਮਜ਼ੋਰ ਹੈ ਕਿ ਕੋਈ ਵੀ ਐਸਾ ਬੰਦਾ ਜਿਹੜਾ ਚੋਰ, ਡਾਕੂ, ਲੁਟੇਰਾ ਜਾਂ ਕੋਈ ਵੀ ਐਸਾ ਜਿਹਦੇ ਉੱਤੇ ਇਲਜ਼ਾਮ ਹੋਣ ਜਾਂ ਸਾਬਤ ਹੋ ਜਾਵੇ ਕਿ ਉਹਨੇ ਮੁਲਕ ਨੂੰ ਨੁਕਸਾਨ ਪਹੁੰਚਾਇਆ ਜਾਂ ਮੁਲਕ ਦੇ ਨਾਲ ਗੱਦਾਰੀ ਕਰਦਾ, ਕਿ ਸਾਡੇ ਮੁਲਕ ਦੇ ਕਾਨੂੰਨ ਇੰਨੇ ਹੀ ਨਾਕਸ ਹੈ ਕਿ ਉਹਨੂੰ ਅਸੀਂ ਵਾਪਸ ਨਹੀਂ ਆਪਣੇ ਮੁਲਕ 'ਚ ਲੈ ਕੇ ਆ ਸਕਦੇ। ਅਸੀਂ ਇਸ ਤੋਂ ਪਹਿਲੇ ਅਸੀਂ ਦੇਖਿਆ ਬਹੁਤ ਸਾਰੇ ਹੋਰ ਜੈਸਾ MKM ਦੇ ਬਾਨੀ ਜਿਹੜੇ ਨੇ, ਉਹ ਅਲਤਾਫ ਹੁਸੈਨ ਸਾਹਿਬ ਜਿਹੜੇ ਨੇ, ਉਹ ਵੀ ਬਾਹਰ ਬੈਠੇ ਨੇ ਨਾ, ਤੇ ਉਹਨਾਂ ਨੂੰ ਕੋਈ ਮਤਲਬ ਕੋਈ ਪਕੜੇ। ਇਸੇ ਤਰ੍ਹਾਂ ਹੀ ਹੋਰ ਵੀ ਜਿੰਨੇ ਵੀ ਮੁਲਕ ਨੂੰ ਲੁੱਟਿਆ ਵੇ, ਉਹ ਆ ਕੇ ਸਕੂਨ ਦੇ ਨਾਲ ਇੱਥੇ ਪਾਕਿਸਤਾਨ ਤੋਂ ਛੱਡ ਕੇ ਜਦੋਂ ਯੂਰਪ ਜਾ ਕੇ ਬਹਿ ਜਾਂਦਾ, ਬਲਕਿ ਪਾਕਿਸਤਾਨ ਦੇ ਖਿਲਾਫ ਵੀ ਬੋਲਦਾ, ਅਦਾਰਿਆਂ ਦੇ ਖਿਲਾਫ ਬੋਲਦਾ। ਤੇ ਹੁਣ ਮੀਆਂ ਸਾਹਿਬ ਦੀ ਕੱਲ੍ਹ ਦੀ ਜਿਹੜੀ ਸਾਰੀ ਤਕਰੀਰ ਹੈ, ਉਹ ਸਾਰੀ ਅਦਾਰਿਆਂ ਦੇ ਖਿਲਾਫ। ਉਹ ਬਿਲਕੁਲ ਜਿੰਦਰ ਤੱਕ ਉਹਨਾਂ ਦੀ ਜ਼ਬਾਨ ਬੰਦ ਰਹੀ, ਜਿੰਦਰ ਤੱਕ ਖਾਮੋਸ਼ ਰਹੇ ਨੇ, ਉਹਨਾਂ ਕੋਈ ਇਜ਼ਹਾਰ ਨਹੀਂ ਕੀਤਾ। ਤੇ ਲੋਕੀ ਸਮਝਦੇ ਸ਼ਾਇਦ ਮੀਆਂ ਸਾਹਿਬ ਬਦਲ ਗਏ ਨੇ। ਜਿਉਂ ਹੀ ਉਹਨਾਂ ਨੂੰ ਜ਼ਬਾਨ ਖੋਲ੍ਹਣ ਦਾ ਮੌਕਾ ਮਿਲਿਆ, ਤੇ ਉਹ ਅੱਜ ਵੀ ਜ਼ਬਾਨ ਉਹਨਾਂ ਦੀ ਐਸੇ ਲੱਗ ਰਹੀ ਸੀ ਜੈਸਾ ਹਿੰਦੁਸਤਾਨ ਦੀ ਜ਼ਬਾਨ ਬੋਲ ਰਹੇ ਨੇ। ਉਹ ਹਿੰਦੁਸਤਾਨ ਦੇ ਪਿੱਠੂ ਅੱਜ ਵੀ ਹੈਗੇ ਨੇ, ਕੱਲ੍ਹ ਵੀ ਸੀ, ਤੇ ਇਹਨਾਂ ਨੇ ਰਹਿਣਾ ਵੇ। ਤੇ ਜਿਹੜੇ ਸਾਡੇ ਹੁਕਮਰਾਨ ਜਿਹੜੇ ਦੇਖੋ, ਜਿਹੜੇ ਐਸਾ ਕਰਦੇ ਨੇ, ਮੈਨੂੰ ਨਹੀਂ ਸਮਝ ਆਉਂਦੀ। ਅਸੀਂ ਜਦੋਂ ਛੋਟੇ ਹੁੰਦੇ ਸੀ, ਬਚਪਨ ਸੁਣੀ ਦਾ, ਜਿਹੜਾ ਪਾਕਿਸਤਾਨ ਦੇ ਖਿਲਾਫ ਜਾਂ ਆਪਣੇ ਵਤਨ ਦੇ ਖਿਲਾਫ ਜਿਹੜਾ ਕੋਈ ਬੋਲਦਾ, ਅਦਾਰੇ ਉਹਨੂੰ ਪਕੜ ਲੈਂਦੇ ਨੇ, ਅਦਾਰੇ ਉਹਨਾਂ ਦੀ ਇਨਕੁਆਇਰੀ ਕਰਦੇ ਨੇ, ਅਦਾਰੇ ਪਤਾ ਕਰਦੇ ਨੇ ਇਹਦਾ ਕਿਸੇ ਐਸੇ ਬਾਹਰ ਦੀ ਤਾਕਤ ਨਾਲ ਕੋਈ ਤਾਲੁਕ ਤੇ ਨਹੀਂ। ਤੇ ਅੱਜ ਅਸੀਂ ਦੇਖਦੇ ਹਾਂ ਸਾਡੇ ਜਿਹੜੇ ਹੁਕਮਰਾਨ ਨੇ, ਉਹ ਖੁੱਲੇ ਆਮ ਫੌਜ ਦੇ ਖਿਲਾਫ ਬੋਲਦੇ ਨੇ, ਫੌਜ ਦੇ ਖਿਲਾਫ ਬੋਲਦੇ ਨੇ ਤੇ ਖੁੱਲ ਕੇ ਬੋਲਦੇ ਨੇ। ਇੱਥੋਂ ਤੱਕ ਹੁਣ ਬਾਜਵਾ ਸਾਹਿਬ ਦੇ ਬਾਰੇ ਜਿੱਤੇ ਮੀਆਂ ਸਾਹਿਬ ਨੇ ਕਿਹਾ, ਉਹਨਾਂ ਦੇ ਬਾਰੇ ਤਹਿਕੀਕ ਕਰਨੀ ਚਾਹੀਦੀ ਹੈ, ਬਹੁਤ ਜ਼ਰੂਰੀ ਹੈ। ਤੇ ਇਹਨਾਂ ਦੇ ਖਿਲਾਫ ਜਿਹੜੇ ਜੋ ਫੈਸਲੇ ਹੋਏ ਨੇ ਹੁਣ ਤੱਕ, ਜਿਹੜੀ ਇਹਨਾਂ ਨੂੰ ਜੇਲ੍ਹ ਹੋਈ, ਇਹਨਾਂ ਨੂੰ ਤਾਂ ਭੁਗਤਣੀ ਚਾਹੀਦੀ ਹੈਗੀ ਨਾ। ਇਹ ਆਪ ਜੇਲ੍ਹ ਭੁਗਤਦੇ ਨਹੀਂ ਪਏ, ਆਪ ਸਿਰਫ ਇਹ ਵੇ ਕਿ ਐਲਾਨ ਕਰਕੇ ਕਿ ਮੇਰਾ ਹਾਰਟ ਦਾ ਮਸਲਾ ਹੋ ਗਿਆ, ਮੇਰੇ ਫਲਾਣੇ ਵਾਲ ਬੰਦ ਹੋ ਗਏ, ਫਲਾਣੇ ਵਾਲ ਬੰਦ ਹੋ ਗਏ। ਉਹ ਤੁਸੀਂ ਅਵਾਮ ਦੇ ਵਾਲ, ਸਾਰੇ ਸਿਰ ਦੇ ਵਾਲ ਪੁੱਟ ਛੱਡੇ ਵਿਚਾਰੇ ਅਵਾਮ ਦੇ, ਅਵਾਮ ਨੂੰ ਨਹਾਤਾ ਕਰ ਛੱਡਿਆ, ਅਵਾਮ ਦੇ ਨਾਲ ਜ਼ਿਆਦਤੀ ਇੰਨੀ ਕੀਤੀ ਹੈ, ਮੁਲਕ ਨੂੰ ਕਰਜ਼ਿਆਂ ਥੱਲੇ ਦੱਬਤਾ ਹੈ। ਤੇ ਅੱਜ ਸੂਰਤ ਹਾਲ ਇਹ ਵੇ ਕਿ ਉਹ ਸਭ ਕੁਛ ਕਰਾ ਕੇ ਵੀ, ਤੇ ਇਹ ਬਾਕੀ ਸਾਰੀਆਂ ਪਾਰਟੀਆਂ ਸਹੀ। ਤੇ ਮੈਂ ਇਹ ਵੀ ਤੁਹਾਨੂੰ ਦੱਸ ਦਿੰਦਾ ਕਿ ਇਹ ਜਿਹੜਾ ਇਤਿਹਾਦ ਹੈ, ਇਹ ਜ਼ਿਆਦਾ ਦੇਰ ਨਹੀਂ ਚੱਲੇਗਾ। ਤੇ ਮੌਲਾਨਾ ਸਾਹਿਬ ਦੀ ਤਕਰੀਰ ਵੀ ਜ਼ਬਰਦਸਤ ਸੀ। ਮੌਲਾਨਾ ਸਾਹਿਬ ਨੇ ਜੋ ਮਸ਼ਵਰਾ ਦਿੱਤਾ ਹੈ, ਮੌਲਾਨਾ ਫਜ਼ਲ ਸਾਹਿਬ ਨੇ ਉਹਨਾਂ ਮਸ਼ਵਰਾ ਦਿੱਤਾ ਹੈ ਕਿ ਰਿਜ਼ਾਈਨ ਦੇ ਦਿਓ, ਜਿਹੜੇ ਕੌਮੀ ਅਸੈਂਬਲੀ ਦੇ ਨੇ ਉਹ ਵੀ ਰਿਜ਼ਾਈਨ ਦੇ ਦੇਣ ਸਾਡੇ ਬੰਦੇ, ਤੇ ਜਿਹੜੇ ਸੂਬਾਈ ਅਸੈਂਬਲੀ ਦੇ ਨੇ ਉਹ ਵੀ ਰਿਜ਼ਾਈਨ ਦੇ ਦੇਣ, ਤੇ ਆ ਜਾਓ ਘਰ ਬਹਿ ਜਾਓ ਸਾਰੇ। ਉਹ ਮੌਲਾਨਾ ਸਾਹਿਬ, ਤੁਹਾਨੂੰ ਤੇ ਆਵਾਮ ਨੇ ਕਰਤਾ ਰਿਜੈਕਟ, ਤੁਸੀਂ ਤੇ ਬੈਠੇ ਹੋ ਘਰ, ਤੁਸੀਂ ਜਾਂਦੇ ਹੋ ਬਾਕੀ ਲੋਕੀ ਵੀ ਘਰ ਬੈਠੇ। ਤੁਸੀਂ ਐਸਾ ਕਰੋ, ਇਬਤਦਾ ਕਰੋ ਆਪਣੇ ਘਰ ਤੋਂ, ਆਪਣੇ ਪੁੱਤਰ ਨੂੰ ਬਹਾਓ ਪਹਿਲੇ ਘਰ, ਸਭ ਤੋਂ ਲੈ ਕੇ ਉਹਦਾ ਰਿਜ਼ਾਈਨ ਦਵਾਓ, ਉਹਨੂੰ ਘਰ ਬਹਾਓ, ਤੇ ਫਿਰ ਲੋਕੀ ਫੈਸਲਾ ਕਰ ਲੈਣਗੇ, ਉਹ ਵੀ ਬਹਿ ਜਾਣਗੇ। ਦੇਖੋ ਉਹ ਮੌਲਾਨਾ ਸਾਹਿਬ ਦੇ ਪੁੱਤਰ ਨੇ ਤੇ ਅੱਬਾ ਜੀ ਨੂੰ ਕਹਿ ਦਿੱਤਾ, ਪਾਪਾ ਗੱਲ ਹੈ ਜੇ ਤੁਸੀਂ ਰਿਜ਼ਾਈਨ ਜਿੱਥੋਂ ਮਰਜ਼ੀ ਦੇਣੇ ਦਿਓ, ਨਹੀਂ ਦਿਵਾਣੇ ਨਾ ਦਿਓ। ਨਾ ਤੇ ਇਹਨਾਂ ਦੀ ਪਾਰਟੀ ਰਿਜ਼ਾਈਨ ਦੇਣ ਡਈ ਹੈ, ਨਾ ਇਹਨਾਂ ਦਾ ਪੁੱਤਰ ਦੇਣ ਡਿਆ, ਤੇ ਲੋਕਾਂ ਨੂੰ ਮਸ਼ਵਰਾ ਦੇਣ ਡਿਆ ਰਿਜ਼ਾਈਨ ਦੇ ਦਿਓ। ਦੇਖੋ ਲੋਕੀ ਵੀ ਰਿਜ਼ਾਈਨ ਦੇ ਦੇਣਗੇ, ਤੇ ਇਹਨਾਂ ਤਰ੍ਹਾਂ ਦੌੜੇ ਫਿਰਨਗੇ ਫਿਰ ਮੌਲਾਨਾ ਸਾਹਿਬ ਦੀ ਤਰ੍ਹਾਂ। ਇਹਨਾਂ ਨੂੰ ਕਦੀ ਤੇ ਜਦੋਂ ਘੁੰਮਣ 'ਚ ਹੁੰਦੇ ਸੀ, ਕਦੀ ਡੀਜ਼ਲ ਦੇ ਪਰਮਿਟ, ਤੇ ਕਦੀ ਹੋਰ ਪਰਮਿਟ, ਤੇ ਕਦੀ ਉਹ ਲੱਖਾਂ ਰੁਪਏ ਦੀ ਲੱਸੀ ਪੀ ਜਾਂਦੇ ਸੀ। ਅੱਜ ਕੱਲ੍ਹ ਲੱਸੀ ਮੁੱਲ ਲੈ ਕੇ ਪੀਣੀ ਪੈ ਰਹੀ ਹੈ। ਤੇ ਉਸ ਵਜ੍ਹਾ ਤੋਂ ਮੌਲਾਨਾ ਸਾਹਿਬ ਨੂੰ ਥੋੜ੍ਹੀ ਤਕਲੀਫ ਹੀ ਹੈ। ਤੇ ਅੱਲਾਹ ਤਾਲਾ ਕਰੇ ਕਿ ਇਹਨਾਂ ਦੀ ਕੋਈ ਤਕਲੀਫ ਦਾ ਰਫਾ ਦਫਾ ਹੋ ਜੇ, ਕੋਈ ਇਹਨਾਂ ਦੇ ਕੋਈ ਸਕੂਨ ਆ ਜੇ, ਜਾਂ ਰੱਬ ਹੀ ਸਕੂਨ ਦੇਣਾ ਲੈ ਗਿਆ। ਤੇ ਉਹ ਖਾਨ ਸਾਹਿਬ ਨੇ ਕਿਹਾ ਵੀ ਇਹ ਸਕੂਨ ਕਿੱਥੇ ਹੁੰਦਾ, ਉਹ ਕਬਰ 'ਚ ਜਾ ਕੇ ਹੁੰਦਾ। ਤੇ ਹੁਣ ਦੁਆ ਕਰੋ ਮੌਲਾਨਾ ਸਾਹਿਬ ਨੂੰ ਕੋਈ ਸਕੂਨ ਦਾ ਕੋਈ ਬੰਦੋਬਸਤ ਹੋ ਜੇ। ਨਾ ਉਹਨਾਂ ਦੇ ਵਿਚਾਰਿਆਂ ਦੇ ਅੱਜ ਲੱਸੀ ਹੈ, ਨਾ ਰਾਸ਼ਨ, ਨਾ ਪਾਣੀ, ਬਲਕਿ ਉਹਨਾਂ ਦੇ ਪੁੱਤਰ ਨੇ ਤੇ ਮਦਰਸਿਆਂ ਦੇ ਨਾਮ ਦੇ ਉੱਤੇ ਜ਼ਮੀਨਾਂ ਲੈ ਲੈ ਕੇ ਪਤਨ ਵਿੱਚ ਪਲਾਜ਼ੇ ਬਣਾਏ ਸੀ, ਮਾਰਕੀਟਾਂ ਬਣਾਈਆਂ ਸੀ, ਉਹ ਵੀ ਖੋਹ ਲਈਆਂ ਗਈਆਂ ਨੇ। ਉਹ ਵੀ ਸੁਣਿਆ ਕਿ ਵਾਪਸ ਹੋ ਗਈਆਂ ਨੇ। ਜਦੋਂ ਵਾਪਸ ਹੋਈਆਂ, ਮੌਲਾਨਾ ਸਾਹਿਬ ਦੇ ਹਾਲਾਤ ਮਾੜੇ ਨੇ। ਦੇਖੋ ਜਦੋਂ ਹਾਲਾਤ ਹੋ ਜਾਣ ਨਾ ਮਾੜੇ, ਫਿਰ ਬੰਦਾ ਇੰਝ ਦੇ ਪੁੱਠੇ ਸਿੱਧੇ ਬਿਆਨ ਦਿੰਦਾ, ਤੇ ਲੋਕਾਂ ਨੂੰ ਵੀ ਕਹਿੰਦਾ ਭਾਈ ਮੇਰੇ ਤੇ ਮਾੜਾ ਵਕਤ ਆਇਆ, ਤੁਸੀਂ ਵੀ ਆ ਜਾਓ ਸਾਡੇ ਨਾਲ ਹੀ। ਇਹ ਲੋਕਾਂ ਨੂੰ ਆਵਾਜ਼ਾਂ ਮਾਰਦੇ ਨੇ, ਪਰ ਉਹਦਾ ਫਾਇਦਾ ਕੋਈ ਨਹੀਂ ਹੋਣਾ। ਇਹ ਮੌਲਾਨਾ ਸਾਹਿਬ ਆਪ ਤੇ ਰੋਲਦੇ ਪਏ ਨੇ, ਇਹਨਾਂ ਨਾਲ ਤੁਹਾਨੂੰ ਵੀ ਰੋਲਣਾ। ਤੇ ਬਾਕੀ ਅੱਲਾਹ ਤਾਲਾ ਸਭ ਨੂੰ ਆਪਣੇ ਜ਼ਬਾਨ 'ਚ ਰੱਖੇ, ਤੇ ਜਿੰਨੀਆਂ ਮਰਜ਼ੀ ਬਣ ਜਾਣ ਇਹਨਾਂ ਦੀਆਂ ਇਹ ਪਾਰਟੀਆਂ ਪੂਰਟੀਆਂ, ਆਵਾਮ ਹੁਣ ਸਮਝ ਗਏ ਨੇ। ਆਵਾਮ ਹੁਣ ਪਹਿਲੇ ਵਾਲੀ ਆਵਾਮ ਨਹੀਂ, ਹੁਣ ਸਿਆਣੀ ਹੋ ਗਈ ਆਵਾਮ ਸਮਝਦੇ ਨੇ ਠੀਕ ਹੈ ਮੁਸ਼ਕਿਲ ਹਾਲਾਤ ਜ਼ਰੂਰ ਨੇ, ਥੋੜ੍ਹੇ ਐਸੇ ਮੁਸ਼ਕਿਲ ਹਾਲਾਤ ਨੇ, ਤੁਹਾਨੂੰ ਲੱਗ ਰਿਹਾ ਹੈ
कि इस हुकूमत का कोई कसूर नहीं। इत्थे मैं कसम दे कह सकना वा कि खान साहब जिहड़े ने कम से कम एक बायद भी अपनी जात दे उत्ते नहीं, वो कम से कम वो हरामजादगी नहीं करते कि मीनस कि ਉਹ हेरा फेरी नहीं करते, मुल्क ਨੂੰ नहीं लुटते, मुल्क ਨੂੰ नुकसान नहीं पहुंचाते। बाकी दूजे ਜਿਹੜੇ ਨੇ ਜਿਨ੍ਹਾਂ ਨੇ ਪਹਿਲੇ हुकूमतां ਕੀਤੀਆਂ ਨੇ ਉਹ मुल्क ਨੂੰ फायदा भी नहीं पहुंचाते। ਉਹਨਾਂ ਦੇਖੋ ਉਹਨਾਂ ਦੀ ਆਪਣੀਆਂ ਜਾਇਦਾਦਾਂ ਤੇ ਅਰਬਾਂਪਤੀ ਹੋ ਗਏ ਨੇ, ਖਰਬਾਂਪਤੀ, ਉਹਨਾਂ ਦੇ ਜੰਮਦੇ ਬੱਚੇ ਅਰਬਾਂ ਖਰਬਾਂਪਤੀ। ਤੇ ਉਹ ਇਹੀ ਸੁਣੀਦਾ ਆਵਾਮ ਦਾ ਇੱਕ ਜਿਹੜਾ ਪਾਕਿਸਤਾਨ ਦਾ ਇੱਕ ਜੰਮਦਾ ਨਿਆਣਾ ਉਹ ਲੱਖਾਂ ਕਰੋੜਾਂਪਤੀ ਜਿਹੜਾ ਉਹ ਮਤਲਬ ਉਹ ਕਰਜ਼ਈ ਹੋ ਜਾਂਦਾ ਵੀ ਲੱਖਾਂ ਦਾ। ਤੇ ਜਿਹੜੇ ਇਹਨਾਂ ਦੇ ਨੇ ਉਹ ਜੰਮਦੇ ਅਰਬਾਂਪਤੀ ਹੁੰਦੇ ਨੇ ਇਹ ਜਿਹੜੇ ਹੁਕਮਰਾਨ ਨੇ ਪਹਿਲੇ ਜਿਨ੍ਹਾਂ ਨੇ ਉਹ ਹੁਕਮਰਾਨੀਆਂ ਕੀਤੀਆਂ ਨੇ। ਕਿ ਇਹਨਾਂ ਲਈ ਉੱਥੋਂ ਕੋਈ ਆਸਮਾਨ ਤੋਂ ਬਾਰਿਸ਼ ਹੋ ਰਹੀ ਹੈ, ਕੋਈ ਮਾਨੋ ਸਲਵਾ ਹੋਣ ਡਿਆ। ਇਹ ਪਾਕਿਸਤਾਨ ਨੂੰ ਵੇਚ ਕੇ ਇਹਨਾਂ ਨੇ ਆਪਣੇ ਘਰ ਦੀਆਂ ਜਾਇਦਾਦਾਂ ਬਣਾਈਆਂ। ਦੇਖੋ ਪਾਕਿਸਤਾਨ ਦਿਨ ਬ ਦਿਨ ਗਰੀਬ ਤੋਂ ਗਰੀਬ ਹੋਈ ਜਾ ਰਿਹਾ ਹੈ। ਇਹ ਲੋਕੀ ਅਮੀਰ ਤੋਂ ਅਮੀਰ ਹੋਈ ਜਾ ਰਹੇ ਨੇ। ਅਜੇ ਵੀ ਅਗਰ ਆਵਾਮ ਹੋਜ ਦੇ ਨਾਖਣ ਨਹੀਂ ਲਏਗੀ, ਦੇਖੋ ਖਾਨ ਦੇ ਬਾਅਦ ਉਹਨੇ ਕੋਈ ਆਪਣੇ ਜਿਹੜਾ ਨਾ ਕੋਈ ਆਪਣਾ ਪਿੱਛੇ ਕੋਈ ਵਾਲੀ ਵਾਰਸ ਨਹੀਂ ਛੱਡ ਕੇ ਜਾਣਾ ਕਿ ਇਹ ਮੇਰਾ ਪੁੱਤਰ ਹੈ, ਇਹ ਮੇਰੀ ਬਾਅਦ ਜੋ PTI ਦਾ ਜਿਹੜਾ ਉਹ ਹੋਏਗਾ ਸਰਬਰਾਹ ਹੋਏਗਾ, ਇਹ PTI ਨੂੰ ਚਲਾਏਗਾ। ਹਾਲਾਂਕਿ ਤੁਸੀਂ ਦੇਖਿਆ ਕਿ ਪਾਕਿਸਤਾਨ ਪੀਪਲ ਪਾਰਟੀ ਖਤਮ ਹੁੰਦੇ ਮਾਸ਼ਾਅੱਲਾ ਜ਼ਰਦਾਰੀ ਸਾਹਿਬ ਨੇ ਇੱਕ ਐਸਾ ਖੇਡ ਖੇਲਿਆ। ਉਹਨੇ ਇੱਕ ਵਸੀਅਤ ਦਾ ਇੱਕ ਫਾਰਮ ਆਜ਼ਾਦ ਕਰਤਾ ਹੈ, ਇੱਕ ਵਸੀਅਤ ਲਿਖ ਕੇ ਦੇਤੀ ਕਿ ਬੇਨਜ਼ੀਰ ਮਰਹੂਮਾ, ਉਹਨੂੰ ਪਤਾ ਸੀ ਮੈਂ ਫੌਤ ਹੋ ਜਾਣਾ ਥੋੜੀ ਦੇਰ ਬਾਅਦ ਜੈਸਾ ਬੇਨਜ਼ੀਰ ਨੂੰ। ਉਹਨੇ ਜਾਂਦੇ ਜਾਂਦੇ ਵਸੀਅਤ ਕਰਤੀ कि जरदारी साहब आइंदा से भट्टो हैं और बिलावल भी भट्टो है। वो शुरू हो गए। ਉਹਦੇ ਬਾਅਦ ਮੀਆਂ ਸਾਹਿਬ ਨੇ ਵੀ ਆਪਣੇ ਦੇਖੋ ਜਾਲੇ ਅੱਗੋਂ ਤਿਆਰ ਕੀਤੇ ਨੇ। ਅੱਗੋਂ ਜਿਹੜੇ ਛੋਟੇ ਮੀਆਂ ਸਾਹਿਬ ਉਹਨਾਂ ਨੇ ਵੀ ਤਿਆਰ ਕੀਤੇ ਹੋਏ ਨੇ। ਇੱਕ ਨੇ ਬੇਟੀ ਤਿਆਰ ਕੀਤੀ, ਇੱਕ ਨੇ ਬੇਟਾ ਤਿਆਰ ਕੀਤਾ। ਅਗਰ ਆਵਾਮ ਨੇ ਉਹਨਾਂ ਕੋਲੋਂ ਮਜ਼ੀਦ ਇਸੇ ਤਰ੍ਹਾਂ ਜੁੱਤੀਆਂ ਖਾਣੀਆਂ ਨੇ, ਖਾਂਦੀ ਰਵੇ। ਦੇਖੋ ਉਹਨਾਂ ਨੇ ਝੂਠ ਸੱਚ ਬੋਲ ਕੇ ਕਿਤੇ ਕੋਈ ਸਕੀਮ ਲੱਗਦੀ ਸੀ ਕਿ ਨਹੀਂ, ਇਹਨਾਂ ਦੀ ਹੁੰਦੀ ਸੀ ਕਿ ਨਹੀਂ, ਉਹਦਾ ਐਲਾਨ ਕਰ ਦਿੰਦੇ ਸੀ ਐਵੇਂ ਆਵਾਮ ਨੂੰ ਖੁਸ਼ ਕਰਨ ਲਈ ਤੁਹਾਨੂੰ ਅਸੀਂ ਲੱਖਾਂ ਰੁਪਇਆ ਦੇ ਦਾਂਗੇ, ਇਸ ਮੱਧ ਵਿੱਚ ਦੇ ਦਾਂਗੇ, ਇਸ ਮੱਝ 'ਚ ਦੇ ਦਾਂਗੇ। ਉਹ ਸਾਰੇ ਹਵਾਈ ਫੇਰ ਮਾਰਦੇ ਸੀ ਲੋਕਾਂ ਨੂੰ ਖੁਸ਼ ਕਰਨ ਲਈ, ਤਕਲੀਫ ਕਰਨ ਲਈ। ਤੇ ਲੋਕੀ ਵਿਚਾਰੇ ਉੱਥੇ ਨਾਰੇ ਨੂਰੇ ਮਾਰ ਕੇ ਤੇ ਉਹ ਆ ਜਾਂਦੇ ਸੀ। ਇਹ ਸੂਰਤ ਹਾਲ ਸੀ। ਤੇ ਹੁਣ ਸਾਰੀ ਸੂਰਤ ਹਾਲ ਸਾਡੇ ਸਾਹਮਣੇ ਵਾਜ਼ੇ ਹੋਈ ਹੈ ਕਿ ਉਹ ਸਾਰੇ ਡਰਾਮੇ ਕਰਦੇ ਸੀ ਕਿ ये वो कागजात है, ये वो फलानी चीज़ है, ये वो फलानी चीज़ है। सारे ड्रामे करते सी। अगर मजीद ड्रामे पिछे चलना है तो चलते रहो। बाकी अल्लाह ताला सब ਨੂੰ ਆਪਣੇ ਜ਼ੁਬਾਨ 'ਚ ਰੱਖੇ। ਤੇ ਇਹ ਜਿੰਨੇ ਮਰਜ਼ੀ ਦਿਖਾਤ ਹੋ ਜਾਣ, ਇਹ ਮੁਲਕ ਲਈ ਕਦੀ ਵੀ ਬਿਹਤਰ ਨਹੀਂ ਹੈਗੇ। ਮੁਲਕ ਦੀਆਂ ਜੜ੍ਹਾਂ ਵੱਢਣਗੇ ਮੁਲਕ ਦੀ ਬਿਹਤਰ ਹੈ। ਤੇ ਅੱਜ ਇਸ ਟਾਈਮ ਜਿਹੜਾ ਕੋਈ ਲੀਡਰ ਹੈ ਉਹ ਮੌਜੂਦਾ ਲੀਡਰ ਜਿਹੜਾ ਖਾਨ ਉਹੀ ਹਮਦਰਦ ਹੈ, ਜਾਂ ਇਸ ਤੋਂ ਇਲਾਵਾ ਫੌਜ ਤੇ ਹਮੇਸ਼ਾ ਤੋਂ ਹਮਦਰਦ ਰਹੀ। ਦੇਖੋ ਵਜ਼ੀਰਿਸਤਾਨ ਦੇ ਵਿੱਚ ਉਹ ਜਿੱਥੇ ਦਹਿਸ਼ਤਗਰਦਾਂ ਨੇ ਹਮਲੇ ਕਰਦੇ ਸੀ ਤੇ ਸਾਡੇ ਫੌਜੀ ਜਵਾਨਾਂ ਨੂੰ ਉਹ ਮਾਰਦੇ ਸੀ ਜਾਂ ਆਵਾਮ ਨੂੰ, ਉੱਥੇ ਕਿਹਨੇ ਕਾਬੂ ਪਾਇਆ? ਜਿੱਥੇ ਜਿੱਥੇ ਦਹਿਸ਼ਤਗਰਦੀ ਹੋਈ ਅੱਜ ਤੱਕ ਉੱਥੇ ਫੌਜ ਨੇ ਕਾਬੂ ਪਾਇਆ। ਤੇ ਆਇੰਦਾ ਵੀ ਇਨਸ਼ਾਅੱਲਾ ਤਾਲਾ ਪਾਏਗੀ। ਤੇ ਅੱਲਾਹ ਤਾਲਾ ਫਜ਼ਲ ਪਾਏਗੀ। ਫੌਜ ਹੈ ਤੇ ਪਾਕਿਸਤਾਨ ਹੈ ਤੇ ਫੌਜ ਹੈ। ਦੇਖੋ ਇਹ ਹੁਕਮਰਾਨ ਕੋਈ ਨਹੀਂ, ਇਹ ਸਾਰੇ ਲੋਟੇ ਨੇ। ਤੁਸੀਂ ਵੇਖਿਆ ਪਿਛਲੀ ਹੁਕੂਮਤਾਂ 'ਚ ਵੇਖਿਆ ਕਿ ਕੌਣ ਸੀ ਜਿਹੜੇ ਪੀਪਲ ਪਾਰਟੀ ਦੀ ਗੋਦ 'ਚ ਬਹਿੰਦੇ ਰਹੇ, ਕੌਣ ਜਿਹੜੇ ਫੌਜੀਆਂ ਦੀ ਗੋਦ 'ਚ ਬਹਿੰਦੇ ਰਹੇ, ਕੌਣ ਜਿਹੜੇ ਦੂਜੇ ਹੁਕਮਰਾਨਾਂ ਦੀ ਗੋਦ 'ਚ ਬਹਿੰਦੇ ਰਹੇ। ਇਹ ਜਿੰਨੇ ਵੀ ਇਹ ਜਿਹੜੇ ਸਿਆਸੀ ਲੀਡਰ ਨੇ ਨਾ, ਇਹ ਸਾਰੇ ਲੋਟੇ ਨੇ। ਇਹ ਸਾਰੀਆਂ ਕਮ ਸੇ ਕਮ ਦੋ ਵੱਡੀਆਂ ਪਾਰਟੀਆਂ ਨੇ ਜਿਨ੍ਹਾਂ ਨੂੰ ਅਜ਼ਮਾਇਆ ਹੈ, ਪਾਕਿਸਤਾਨ ਪੀਪਲ ਪਾਰਟੀ ਤੇ ਮੁਸਲਿਮ ਲੀਗ। ਇਹ ਸਾਰਿਆਂ ਨਾਲ ਵੱਡੇ ਲੋਟੇ ਨੇ ਤੇ ਇਹਨਾਂ ਨੇ ਹਮੇਸ਼ਾ ਮੁਲਕ ਨੂੰ ਬਦਨਾਮ ਕੀਤਾ ਹੈ, ਮੁਲਕ ਨੂੰ ਖਾਧਾ ਹੈ ਤੇ ਅੱਗੋਂ ਆਇੰਦਾ ਵੀ ਖਾਣਗੇ। ਤੇ ਇਹਨਾਂ ਕੋਲੋਂ ਬਚੋ। ਤੇ ਬਾਕੀ ਅੱਲਾਹ ਤਾਲਾ ਸਭ ਨੂੰ ਆਪਣੇ ਜ਼ੁਬਾਨ 'ਚ ਰੱਖੇ। ਪਾਕਿਸਤਾਨ ਜ਼ਿੰਦਾਬਾਦ।